दिन चल रहा है, पल पल की अपडेट तुहानू दे रहे हैं ते अंदोलन भी कई तरह के रूप दिखा रहा है। रात बहुत कुछ होया। कल राजेवाल साहब ने स्टेज तो एक स्पीच दी, उस तो बाद वड्डा विवाद होया तो फिर बलबीर सिंह राजेवाल ने अपना पक्ष रखा। उस तो बाद अज अहम मीटिंग हुई है पंजाब के किसान आगुआं की। मनजीत राय ने मेरे नाल गलबात करते हैं। राय साहब, अज की मीटिंग के विच अहम मसला की सी ते की चीज़ों के उपर रिव्यू किया गया? ਅੱਜ ਦੀ ਮੀਟਿੰਗ 'ਚ ਇਹ ਸੀ ਵੀ ਸਟੇਜ ਦੀ ਕਾਰਵਾਈ ਕਿਸ ਤਰ੍ਹਾਂ ਚੱਲੂਗੀ, ਇਸ ਅੰਦੋਲਨ ਨੂੰ ਅੱਗੇ ਕਿਵੇਂ ਲਿਜਾਣਾ, ਤੇ ਇੱਕ ਇਹ ਵੀ ਗੱਲ ਵਿਚਾਰੀ ਗਈ ਹੈ ਵੀ ਸਰਕਾਰ ਨੇ ਜਿਹੜੀ ਗੱਲ ਬਾਰ-ਬਾਰ ਕਹਿ ਰਹੀ ਹੈ ਕਿ ਅਸੀਂ ਪ੍ਰਪੋਜ਼ਲ ਭੇਜੀ, ਇਹਨਾਂ ਨੇ ਜਵਾਬ ਨਹੀਂ ਦਿੱਤਾ, ਉੱਤੇ ਆਪਾਂ ਜਵਾਬ ਵੀ ਬਣਾ ਕੇ ਭੇਜਣਾ ਚਾਹੀਦਾ, ਤੇ ਇਹਨਾਂ ਗੱਲਾਂ ਤੇ ਚਰਚਾ ਹੋਈ ਅੱਜ। ਤੇ ਉਹ ਤੇ ਹੁਣ ਜਵਾਬ ਸਾਡੇ ਐਕਸਪਰਟ ਬਣਾਉਣਗੇ ਅੱਜ ਮੇਰੇ ਖਿਆਲ ਦੇ ਵਿੱਚ, ਉਹਨੂੰ ਫਿਰ ਕੱਲ ਵਿਚਾਰਾਂਗੇ, ਵਿਚਾਰ ਕੇ ਤਾਂ ਫਿਰ ਸਰਕਾਰ ਨੂੰ ਭੇਜਾਂਗੇ। चर्चा हो रही सी कि लिखती जवाब दिता जाए, तो हुण उस प्रपोजल का लिखती जवाब दिता जाऊगा? बिल्कुल, असीं ਉਹਦਾ ਲਿਖਤੀ ਜਵਾਬ ਸ਼ਾਰਟ ਉਹੀ ਜੋ ਅਸੀਂ ਜਿਵੇਂ ਹੋਰ ਰਿਜੈਕਟ ਕੀਤੇ ਸੀ, ਰੱਦ ਕੀਤੇ ਸੀਗੇ ਵੀ ਉਹਨਾਂ ਦੀ ਪ੍ਰਪੋਜ਼ਲ ਜਿਹੜੀ ਆਈ ਸੀ, ਅਸੀਂ ਉਸੇ ਤਰ੍ਹਾਂ ਦਾ ਜਵਾਬ ਭੇਜਣ ਲੱਗੇ ਹਾਂ। ਕੋਈ ਲੰਬਾ ਚੌੜਾ ਨਹੀਂ, ਕੱਲੀ ਕਲੌਜ਼ ਬਾਈ ਨਹੀਂ, ਕੋਈ ਮਤਲਬ ਉਹਨਾਂ ਨੇ ਜਿੱਦਾਂ 10 ਪੁਆਇੰਟ ਦਿੱਤੇ ਉੱਦਾਂ ਨਹੀਂ, ਸਿੱਧਾ ਹੀ ਕਿ ਅਸੀਂ ਜਿਹੜੀ ਇਹ ਤੁਹਾਡੀ ਤੁਸੀਂ ਭੇਜੀ ਸੀ ਪ੍ਰਪੋਜ਼ਲ, ਇਹਨੂੰ ਵੀ ਅਸੀਂ ਰੱਦ ਕਰਦੇ ਹਾਂ। ਔਰ ਇਹ ਜਿਹੜੀ ਆ ਬਿਲਕੁਲ ਜੋ ਅਸੀਂ ਤੁਹਾਡੇ ਨਾਲ ਪਹਿਲਾਂ ਆਲਰੇਡੀ ਬਹਿਸ ਕਰ ਚੁੱਕੇ ਹਾਂ, ਉਹੀ ਕੁਝ ਤੁਸੀਂ ਭੇਜਿਆ, ਇਹ ਬਿਲਕੁਲ ਅਸੀਂ ਇਹਨੂੰ ਰੱਦ ਕਰਦੇ ਹਾਂ। ਅਸੀਂ ਇਹਨੂੰ ਬਿਲਕੁਲ ਮੰਨਣ ਨੂੰ ਤਿਆਰ ਨਹੀਂ। ਸਰਕਾਰ ਕਹਿੰਦੀ ਹੈ ਕਿ ਅਸੀਂ ਉਸੇ ਪ੍ਰਪੋਜ਼ਲ ਦੇ ਉੱਪਰ ਗੱਲ ਕਰਾਂਗੇ। ਕਿਸਾਨ ਕਹਿ ਰਹੇ ਨੇ ਕਿ ਉਸ ਪ੍ਰਪੋਜ਼ਲ ਦੇ ਉੱਪਰ ਗੱਲ ਨਹੀਂ, ਨਵੇਂ ਸਿਰੋਂ ਗੱਲ ਹੋਣੀ ਚਾਹੀਦੀ ਹੈ, ਪਰ ਸਰਕਾਰ ਕਹਿੰਦੀ ਉਸੇ ਪ੍ਰਪੋਜ਼ਲ ਤੇ ਗੱਲ ਹੋਣੀ ਚਾਹੀਦੀ ਹੈ। ਦੇਖੋ, ਸਰਕਾਰ ਜਿਹੜੀ ਆ ਉਹਦੀ ਕਿਤੇ ਮਨਸ਼ਾ ਇਹ ਹੈ ਵੀ ਹੌਲੀ ਹੌਲੀ ਲੋਕ ਚਲੇ ਜਾਣਗੇ ਤੇ ਕਿਤੇ ਨਾ ਕਿਤੇ ਇਹ ਆ ਜਾਣਗੇ ਸੋਧਾਂ ਦੇ ਵਿੱਚ, ਪਰ ਜਾਣੇ ਵਾਲੇ ਨਹੀਂ ਇਹ ਲੋਕ ਅੱਗੇ ਨੂੰ ਵਧਣਗੇ। ਇਹ ਜਿੱਦਾਂ ਜਿੱਦਾਂ ਗੁੱਸਾ ਵੱਧ ਰਿਹਾ ਉੱਦਾਂ ਉਦਾਂ ਦੇਖੋ, ਹੁਣ ਸਾਡੀ ਮੀਟਿੰਗ ਚੱਲਣ ਲੱਗੀ ਆ, ਸਟਾਰਟ ਹੋ ਗਈ ਹੈ ਲਗਭਗ ਬਾਕੀ ਸਟੇਟਾਂ ਨਾਲ, ਔਰ ਉਹਦੇ ਵਿੱਚ ਹੁਣ ਹਰਿਆਣੇ ਵਾਲੇ ਵੀਰਾਂ ਨੇ ਦੱਸਿਆ ਵੀ ਹਰਿਆਣੇ ਦੇ ਲੋਕ ਬੜੇ ਨਿਕਲ ਕੇ ਆਉਣ ਲੱਗੇ ਜ਼ਿਆਦਾ, ਇਸ ਕਰਕੇ ਸਾਡੀ ਤਾਦਾਦ ਵਧੂਗੀ, ਸਾਡੀ ਸੰਖਿਆ ਵਧੂਗੀ। ਜਦੋਂ ਸੰਖਿਆ ਵਧੂਗੀ ਸਰਕਾਰ ਨੂੰ ਕਿਤੇ ਨਾ ਕਿਤੇ ਸੋਚਣਾ ਪਊਗਾ। ਇਸ ਕਰਕੇ ਬਾਕੀ ਸਟੇਟਾਂ ਵੀ ਦੇਖੀ ਜਿਹੜੇ ਪੂਰੇ ਭਾਰਤ ਦੇ ਵਿੱਚ ਸੰਖਿਆ ਨਿਕਲ ਕੇ ਆ ਗਈ, ਸਰਕਾਰ ਨੂੰ ਮੁੜਨਾ ਪਊਗਾ ਔਰ ਇਹ ਰੱਦ ਕਰਾ ਕੇ ਮੁੜਾਂਗੇ। ਝੰਡਿਆਂ ਦੇ ਰੰਗਾਂ ਨੂੰ ਲੈ ਕੇ ਬੜਾ ਵਿਵਾਦ ਹੋ ਰਿਹਾ, ਉਹਨੂੰ ਲੈ ਕੇ ਕੋਈ ਮੀਟਿੰਗ ਦੇ ਵਿੱਚ ਵਿਚਾਰ ਚਰਚਾ ਹੋਈ ਹੈ? ਨਹੀਂ, ਉਹ ਕੋਈ ਇਦਾਂ ਦੀ ਗੱਲ ਨਹੀਂ। ਉਹ ਦਰਅਸਲ ਰਾਜੇਵਾਲ ਸਾਹਿਬ ਨੇ ਇਹ ਕਿਹਾ ਵੀ ਕਿਉਂਕਿ ਕੁਝ ਜਿਹੜੇ ਚੈਨਲ ਉਹ ਵਿਖਾਣ ਲੱਗ ਪਏ ਸੀ ਵੀ ਖਾਲਿਸਤਾਨ ਦੇ ਨਾਅਰੇ ਤਾਂ ਲੱਗੇ ਉਧਰ ਕੈਨੇਡਾ ਅਮਰੀਕਾ ਦੇ ਵਿੱਚ, ਉਹਨਾਂ ਨੂੰ ਚੱਕ ਲਿਆ। ਇੱਥੋਂ ਟਰਾਲੀ ਦੇ ਉੱਪਰ ਤਸਵੀਰਾਂ ਸ਼ੌਂਕ ਨਾਲ ਬਣਾ ਲੈਂਦੇ ਆ ਨੌਜਵਾਨ, ਉਹ ਕੋਈ ਰਾਈਫਲ ਦੀ ਤਸਵੀਰ ਬਣੀ ਸੀ ਉਹ ਚੱਕ ਲਈ, ਤੇ ਨਿਸ਼ਾਨ ਸਾਹਿਬ ਲੱਗੇ ਹੋਏ ਚੱਕ ਲਿਆ, ਤੇ ਦੇਖੋ ਜੀ ਇਹ ਖਾਲਿਸਤਾਨੀ ਆਏ ਹੋਏ ਨੇ, ਖਾਲਿਸਤਾਨ ਦੇ ਨਾਅਰੇ ਲੱਗ ਰਹੇ ਨੇ। ਇਹ ਸਾਰਾ ਸਰਕਾਰ ਜਿਹੜੀ ਆ ਕਰਵਾ ਰਹੀ ਆ ਆਪਣੇ ਖਰੀਦੇ ਹੋਏ ਮੀਡੀਆ ਦੇ ਕੋਲੋਂ, ਜਿਹੜੇ ਚੈਨਲ ਉਹਨਾਂ ਦੀ ਬਾਣੀ ਬੋਲਦੇ ਉਹਨਾਂ ਕੋਲੋਂ ਕਰਵਾ ਰਹੀ ਆ, ਕਿਉਂਕਿ ਸਾਡਾ ਨਾ ਤਾਂ ਕਿਸੇ ਨੇ ਖਾਲਿਸਤਾਨ ਦਾ ਨਾਰਾ ਲਾਇਆ, ਨਾ ਕੋਈ ਖਾਲਿਸਤਾਨ ਦੀ ਮੰਗ ਹੈ। ਸਾਡੀ ਮੰਗ ਕੇਵਲ ਤਾਂ ਕੇਵਲ ਜਿਹੜੀ ਆ ਉਹ ਖੇਤੀ ਕਾਨੂੰਨਾਂ ਨੂੰ ਰੱਦ ਕਰਾਉਣ ਦੀ ਆ। ਅਸੀਂ ਸਰਕਾਰ ਨੂੰ ਹਰ ਵਾਰ ਕਹਿੰਦੇ ਆ ਕਿ ਭਾਈ ਇਹ ਕਾਨੂੰਨਾਂ ਨੂੰ ਰੱਦ ਕਰੋ, ਅਸੀਂ ਭਲੀ ਭਾਂਤੀ ਆਪਾਂ ਫੇਲ ਹੋਏ ਐਕਸਪਲੇਨ ਕਰਨ ਦੇ ਵਿੱਚ, ਕਿਉਂਕਿ ਸਿੱਖੀ ਦਾ ਝੰਡਾ ਜਿਹੜਾ ਅਸੀਂ ਲਾਇਆ ਹੈ ਇੱਥੇ ਨਿਸ਼ਾਨ ਸਾਹਿਬ, ਉਹ ਤਾਂ ਸਿੱਖੀ ਦਾ ਇੱਕ ਹੈਗਾ ਆ, ਨਿਸ਼ਾਨ ਹੈਗਾ ਤਾਂ ਪ੍ਰਤੀਕ ਹੈ, ਤਾਂ ਦੂਸਰੇ ਪਾਸੇ ਖਾਲਿਸਤਾਨ ਦਾ ਝੰਡਾ ਹੀ ਹੋਰ ਹੈਗਾ, ਤਾਂ ਕਿਤੇ ਨਾ ਕਿਤੇ ਆਪਾਂ ਤਾਂ ਨਹੀਂ ਕਿਤੇ ਫੇਲ ਹੋਏ ਸਮਝਾਉਣ 'ਚ? ਨਹੀਂ, ਅਸੀਂ ਦੇਖੋ ਜਿਹੜੀ ਅਸਲ ਗੱਲ ਆ, ਅਸੀਂ ਤਾਂ ਇਹ ਗੱਲ ਕੱਲ ਸਟੇਜ ਤੋਂ ਵੀ ਆਖੀ ਗਈ ਆ ਵੀ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਸੀ, ਉਹਦੀਆਂ ਵੱਖ-ਵੱਖ ਮਿਸਲਾਂ ਸੀ। ਉਹ ਮਿਸਲਾਂ 'ਚ ਮੁਗਲ ਮਿਸਲਾਂ ਸੀ, ਉਹਨਾਂ ਦਾ ਆਪਣਾ ਝੰਡਾ ਹੁੰਦਾ ਸੀ, ਸਿੱਖ ਮਿਸਲਾਂ ਸੀ, ਉਹਨਾਂ ਦਾ ਆਪਣਾ ਕੇਸਰੀ ਰੰਗ ਸੀ, ਤੇ ਇਸੇ ਤਰ੍ਹਾਂ ਡੋਗਰਾ ਰੇਜਮੈਂਟ ਸੀ, ਉਹਨਾਂ ਦਾ ਵੱਖਰਾ ਸੀ। ਇਹ ਆਪਣੇ ਜਿਹੜੇ ਉਹ ਨਿਸ਼ਾਨ ਹੁੰਦੇ ਆ, ਉਹ ਤਾਂ ਉਹਦਾ ਕੋਈ ਖਾਲਿਸਤਾਨ ਨਾਲ ਸੰਬੰਧ ਨਹੀਂ। ਸਾਡੇ ਇੱਦਾਂ ਅਨੰਦਪੁਰ ਸਾਹਿਬ ਜਾਂਦੇ ਆ ਲੋਕ, ਉਹ ਸਾਰੇ ਨਿਸ਼ਾਨ ਸਾਹਿਬ ਇਸੇ ਕਲਰ ਦੇ ਕੇਸਰੀ ਕਲਰ ਦੇ ਹੁੰਦੇ ਆ, ਖੰਡਾ ਲੱਗਾ ਹੁੰਦਾ, ਉਹ ਲੈ ਕੇ ਜਾਂਦੇ। ਦਾ ਮਤਲਬ ਉੱਥੇ ਖਾਲਿਸਤਾਨ ਲੈਣ ਥੋੜੀ ਜਾਂਦੇ ਆ, ਉਹ ਤਾਂ ਗੁਰਪੁਰਬ ਮਨਾਉਣ ਜਾਂਦੇ, ਗੁਰੂ ਦੇ ਦਿਹਾੜੇ ਮਨਾਉਣ ਜਾਂਦੇ ਆ। ਸਰਕਾਰ ਨੇ ਖਰੀਦਿਆ ਹੋਇਆ ਮੀਡੀਆ ਉਹ ਗਲਤ ਰੰਗਤ ਦਿੰਦਾ। ਸਾਡਾ ਅੰਦੋਲਨ ਇਸ ਪੱਖ ਦਾ ਕਦੇ ਨਹੀਂ ਹੋਇਆ ਕਿ ਖਾਲਿਸਤਾਨ ਮੰਗ ਰਹੇ ਨੇ, ਨਾ ਕੋਈ ਖਾਲਿਸਤਾਨ ਦੀ ਅੱਜ ਮੰਗ ਹੈ। ਜਦੋਂ ਖਾਲਿਸਤਾਨ ਦੀ ਮੰਗੂ ਉਦੋਂ ਗੱਲ ਕਰਨ। ਅੱਜ ਜਿਹੜੀ ਗੱਲ ਹੈ ਉਹ ਸਿਰਫ ਤਾਂ ਸਿਰਫ ਕਿਸਾਨੀ ਬਿੱਲਾਂ ਨੂੰ ਲੈ ਕੇ ਆ, ਤੇ ਕਿਸਾਨੀ ਬਿੱਲ ਰੱਦ ਕਰਾਉਣ ਦੀ ਗੱਲ ਹੈ। ਸਰਕਾਰ ਕਿਤੇ ਨਾ ਕਿਤੇ ਦਰਅਸਲ ਅਸਲ ਗੱਲ ਜਿਹੜੀ ਹੈ ਨਾ, ਸਰਕਾਰ ਲੋਕਾਂ ਨੂੰ ਭੜਕਾਉਣਾ ਚਾਹੁੰਦੀ ਹੈ, ਆਪਸ ਵਿੱਚ ਲੜਾਉਣਾ ਚਾਹੁੰਦੀ ਹੈ। ਸਰਕਾਰ ਦਾ ਕੰਮ ਹੀ ਇਹ ਹੈ। ਇਹ ਜਿਹੜੀ ਬੀਜੇਪੀ ਸਰਕਾਰ ਨਾ, ਖਾਸ ਕਰਕੇ ਮੈਂ ਸਿੱਧਾ ਅਟੈਕ ਕਰੂੰਗਾ ਬੀਜੇਪੀ ਸਰਕਾਰ, ਇਹਦਾ ਕੰਮ ਇਹ ਆ ਵੀ ਲੋਕਾਂ ਨੂੰ ਲੜਾਓ, ਹਿੰਦੂ ਮੁਸਲਿਮ ਸਿੱਖ ਨੂੰ ਲੜਾਓ, ਰਾਜ ਕਰੋ। ਇਹ ਗੋਰਿਆਂ ਨਾਲੋਂ ਵੀ ਉੱਪਰ ਦੀ ਇਹਨਾਂ ਦੀ ਰਾਜਨੀਤੀ ਹੋ ਗਈ। ਜਿਹੜੇ ਅੰਗਰੇਜ਼ ਲੋਕ ਸੀ ਉਹ ਕਰਦੇ ਸੀ ਪਾੜੋ ਤੇ ਰਾਜ ਕਰੋ, ਅੱਜ ਉਹ ਨੀਤੀ ਬਣਾ ਕੇ ਬੈਠੇ ਨੇ। ਬੜੇ ਇਹ ਲੋਕ ਜਿਹੜੇ ਇਹ ਕਿਸੇ ਦੇਸ਼ ਦੇ ਨਾ ਤਾਂ ਹਿੰਦੂਆਂ ਦੇ ਹਿਤੈਸ਼ੀ ਵੀ ਹੈ ਨਹੀਂ, ਸਾਡੇ ਹਿੰਦੂ ਭਰਾਵਾਂ ਨੂੰ ਵੀ ਇਹ ਵਰਗ ਲਾ ਰਹੇ ਨੇ, ਕਰੋਚ ਲਿਆ ਰਹੇ ਨੇ, ਗੁੱਸੇ 'ਚ ਲਿਆ ਰਹੇ ਨੇ। ਇਸ ਕਰਕੇ ਇਹ ਹਿੰਦੂ ਭਰਾਵਾਂ ਦੇ ਹਿਤੈਸ਼ੀ ਨਹੀਂ, ਉਹਨਾਂ ਦਾ ਵੀ ਨੁਕਸਾਨ ਕਰਨੇ ਤੇ ਜਾ ਰਹੇ ਨੇ। ਸਿਰਫ ਆਪਣੀਆਂ ਕੁਰਸੀਆਂ ਲਈ ਇਹ ਆਪਣੀਆਂ ਕੌਮਾਂ ਨਾਲ ਵੀ ਬਾਕੀ ਕੌਮਾਂ ਨਾਲ ਵੀ ਗੱਦਾਰੀ ਕਰਨੇ ਨੇ। ਮੈਂ ਗੱਦਾਰੀ ਦਾ ਸ਼ਬਦ ਕਹੂੰਗਾ ਕਿ ਪੂਰੇ ਭਾਰਤ ਨਾਲ ਇਹ ਜਿਹੜੀ ਬੀਜੇਪੀ ਸਰਕਾਰ ਹੈ ਗੱਦਾਰੀ ਤੇ ਉਤਰ ਆਈ ਆ, ਲੋਕਾਂ ਨੂੰ ਲੜਾਉਣ ਤੇ ਉਤਰ ਆਈ ਆ।
ਇਹ ਗੱਦਾਰ ਲੋਕ ਨੇ ਜਿਹੜੇ ਸੱਤਾ 'ਚ ਬੈਠੇ ਨੇ। ਉਹ ਤਾਂ ਕਹਿੰਦੇ ਕਿ ਅਸੀਂ ਕਿਸਾਨਾਂ ਦੇ ਨਾਲ ਖੜੇ ਆ, ਕਿਸਾਨਾਂ ਦੇ ਲਈ ਇਹ ਕਾਨੂੰਨ ਬਣਾਏ, ਕਿਸਾਨਾਂ ਤੋਂ ਬਾਹਰ ਹੈ ਹੀ ਨਹੀਂ, ਬਾਹਰ ਤਾਂ ਹੈ ਹੀ ਨਹੀਂ ਕਿ ਅਸੀਂ ਲੜਾਉਣਾ ਨਹੀਂ ਆ, ਸਾਡਾ ਕੰਮ ਜੋੜਨਾ ਆ। ਨਹੀਂ, ਸਾਡੇ ਨਾਲ ਖੜੇ ਆ ਤਾਂ ਕਾਨੂੰਨ ਰੱਦ ਕਰਨ ਜੀ, ਅਸੀਂ ਜਾਈਏ ਘਰਾਂ ਨੂੰ। ਗੱਲ ਤਾਂ ਇਹ ਆ ਸਿੱਧੀ ਸਪਸ਼ਟ, ਉਹ ਕਾਨੂੰਨ ਰੱਦ ਕਰਨ ਨੂੰ ਤਿਆਰ ਨਹੀਂ ਹੈਗੇ ਤੇ ਉਹ ਫਿਰ ਸਾਡੇ ਨਾਲ ਕਿੱਥੋਂ ਖੜੇ ਨੇ ਜੀ? ਕਿਤੇ ਨਾ ਕਿਤੇ ਉਹ ਸਾਨੂੰ ਖਰਾਬ ਕਰ ਰਹੇ ਨੇ, ਇਹ ਸਾਨੂੰ ਖਰਾਬ ਕਰ ਰਹੇ ਨੇ। ਉਹ ਦੋ ਗੱਲਾਂ ਹੋਰ ਨੇ। ਔਲਖ ਸਾਹਿਬ ਆਜੋ ਆਪਾਂ ਕਰ ਲੈਂਦੇ ਹਾਂ ਗੱਲ। ਤਾਂ ਅੱਜ ਦੀ ਮੀਟਿੰਗ ਦੇ ਵਿੱਚ ਕੀ ਸਾਹਿਬ ਦੀ ਕੋਈ ਮਨਸਾ ਨਹੀਂ ਇਹੋ ਜੀ ਵੀ ਕਿਸੇ ਦੇ ਆਇਆ ਜੀ ਇਹ ਖਾਲਿਸਤਾਨੀ ਆ ਗਿਆ। ਆਹ ਵੇਖੋ ਨਿਸ਼ਾਨ ਸਾਹਿਬ ਲਾਇਆ ਖਾਲਿਸਤਾਨੀ ਆ ਕੇ। ਉਹਨਾਂ ਨੇ ਆਪਣੀ ਸਾਰੀ ਸੰਗਤ ਨੂੰ, ਜਿੰਨੇ ਵੀ ਸਾਡੇ ਗੁਰੂ ਦੇ ਲਾਡਲੀਆਂ ਫੌਜਾਂ, ਉਹਨਾਂ ਨੂੰ ਸਿਰਫ ਸਮਝਾਉਣ ਦੀ ਕੋਸ਼ਿਸ਼ ਕੀਤੀ ਆ ਵੀ ਆਪਾਂ ਇਹ ਕਿਸਾਨੀ ਦੀ ਲੜਾਈ ਲੜਨਾ ਆ, ਤਗੜੇ ਹੋ ਕੇ ਇਹਨੂੰ ਕਿਸਾਨੀ ਦਾ ਹੀ ਘੋਰ ਰਹਿਣ ਦੀਏ ਤੇ ਸਾਡਾ ਸਾਥ ਦਿਓ। ਕੋਈ ਉਹਨਾਂ ਦੀ ਇਹ ਮਨਸ਼ਾ ਨਹੀਂ। ਉਹ ਕੋਈ ਲਫ਼ਜ਼ਾਂ ਦੇ ਵਿੱਚ ਕੋਈ ਹੇਰ ਫੇਰ ਹੋ ਗਈ ਆ, ਉਹਦੀ ਵਾਸਤੇ ਉਹਨਾਂ ਨੇ ਮਾਫੀ ਮੰਗੀ ਆ। ਸਾਰੀ ਜਥੇਬੰਦੀਆਂ ਨੇ ਵੀ ਇਹ ਗੱਲ ਦਾ ਗਲਤੀ ਦੀ ਮਾਫੀ ਮੰਗੀ ਆ ਵੀ ਜੇ ਕੋਈ ਕੋ ਵੱਧ ਘੱਟ ਬੋਲਿਆ ਗਿਆ ਤੇ ਉਹ ਗੱਲ ਦੀ ਸਾਰੀ ਸੰਗਤ ਕੋ ਮਾਫੀ ਹੈ। ਸਟੇਜ ਦੇ ਉੱਪਰ ਕਿੰਨਾ ਬੋਲਣਾ, ਕਿੰਨੇ ਬੋਲਣਾ, ਕਿੰਨਾ ਕੁ ਟਾਈਮ ਬੋਲਣਾ, ਇਸ ਚੀਜ਼ ਦੀ ਨੀਤੀ ਬਣਾਈ ਜਾਊਗੀ। ਵੇਖੋ ਜੀ, ਸਟੇਜ ਦੇ ਉੱਤੇ ਇਹ ਰੱਖਿਆ ਗਿਆ ਵਾ, ਜਿਹੜੀ ਸਾਡੀ ਉੱਥੇ 5 ਮੈਂਬਰੀ ਕਮੇਟੀ ਬਣਾਈ ਗਈ ਆ, ਉਹਦੇ ਵਿੱਚ ਜਿਹੜਾ ਸਾਡਾ ਕਿਸਾਨੀ ਦੇ ਹੱਕ 'ਚ ਗੱਲ ਕਰੂਗਾ, ਭਾਵੇਂ ਉਹ ਗਾਇਕ ਹੋਵੇ, ਭਾਵੇਂ ਕੋਈ ਉਹ ਧਾਰਮਿਕ ਹੀ ਹੋਵੇ, ਭਾਵੇਂ ਕੋਈ ਵੀ ਜਿਹੜਾ ਬੁੱਧੀਜੀਵ ਹੋਵੇ, ਕੋਈ ਕਿਸਾਨ, ਸਿਰਫ ਤੇ ਸਿਰਫ ਉੱਥੇ ਸਟੇਜ ਤੋਂ ਕਿਸਾਨੀ ਦੀ ਗੱਲ ਹੋਊਗੀ ਤੇ ਉਹਨਾਂ ਨੂੰ ਹੀ ਟਾਈਮ ਦਿੱਤਾ ਜਾਊਗਾ। ਖਾਸ ਕਰਕੇ ਦੂਜੇ ਕਿਸੇ ਬੰਦੇ ਨੂੰ ਟਾਈਮ ਨਹੀਂ ਦਿੱਤਾ ਜਾਊਗਾ। ਪਰ ਵੈਸੇ ਇੱਕ ਪੱਖ ਦੇਖਿਆ ਜਾਵੇ, ਰਾਜੇਵਾਲ ਸਾਹਿਬ ਨੇ ਕੁਝ ਸਮਝਾਉਣ ਦੀ ਕੋਸ਼ਿਸ਼ ਕੀਤੀ ਸੀਗੀ। ਠੀਕ ਹੈ, ਨੈਸ਼ਨਲ ਮੀਡੀਆ ਜਾਂ ਨੈਸ਼ਨਲ ਲੈਵਲ ਤੇ ਜੋ ਕੁਝ ਤਸਵੀਰ ਇਸ ਅੰਦੋਲਨ ਦੀ ਦਿਖਾਈ ਜਾ ਰਹੀ ਹੈ, ਉਹੋ ਜੀ ਨਹੀਂ ਦਿਖਾਉਣੀ ਚਾਹੀਦੀ। ਉਹਨਾਂ ਨੇ ਸਮਝਾਉਣ ਦੀ ਕੋਸ਼ਿਸ਼ ਕੀਤੀ ਸੀ, ਤਾਂ ਕੀ ਆਉਣ ਵਾਲੇ ਸਮੇਂ ਦੇ ਵਿੱਚ ਫਿਰ ਸਮਝਾਉਣਾ ਵੀ ਬੰਦ ਕਰ ਦਿਓਗੇ? ਵੇਖੋ ਜੀ, ਹੁਣ ਇਹ ਤੇ ਜਿਹੜਾ ਮੀਡੀਆ ਨੇ ਇਹ ਗੱਲ ਚੁੱਕੀ ਆ, ਉਹਦੇ ਵਾਸਤੇ ਮਾੜੀ ਗੱਲ ਆ। ਇੱਕ ਪੜ੍ਹਿਆ ਲਿਖਿਆ ਤੇ ਬਹੁਤ ਸਿਆਣਾ ਲੀਡਰ ਬੰਦਾ ਵਾ, ਜਿਹਨੇ ਸਮਝਾਉਣ ਦੀ ਕੋਸ਼ਿਸ਼ ਕੀਤੀ ਆ ਵੀ ਇਹ ਕਿਸਾਨੀ ਦਾ ਮੁੱਦਾ, ਸਾਡੇ 3 ਬਿੱਲ ਜਿਹੜੇ ਕਿ ਨਹੀਂ ਬਹੁਤ ਜ਼ਰੂਰੀ ਆ ਵੀ ਜਿਹੜੇ ਇਹ ਤਿੰਨੇ ਬਿੱਲ ਰੱਦ ਹੋਣੇ ਚਾਹੀਦੇ ਆ, ਕਿਉਂਕਿ ਸਾਡੀ ਆਉਣ ਵਾਲੀ ਜਨਰੇਸ਼ਨ ਜਿਹੜੀ ਆ ਉਹਦਾ ਇਹ ਜ਼ਿੰਦਗੀ ਦਾ ਸਵਾਲ ਆ, ਸਾਡੇ ਕਿਸਾਨੀ ਦਾ ਸਵਾਲ ਆ, ਸਾਡੇ ਜ਼ਮੀਨਾਂ ਦਾ ਸਵਾਲ ਆ, ਸਾਡੀ ਪੱਗ ਦਾ ਸਵਾਲ ਆ। ਇਹ ਕਰਕੇ ਇਹ ਜਿਹੜੇ ਬਿੱਲ ਆ, ਇਹਨਾਂ ਵਾਸਤੇ ਅਸੀਂ ਕੁੱਲ ਜਿੰਨਾ ਵੀ ਵਰਗ ਆ ਸਾਡਾ, ਉਹਦੇ ਵਿੱਚ ਧਾਰਮਿਕ ਵਰਗ ਆ, ਕੋਈ ਕਿਸ ਧਰਮ ਨਾਲ ਕੋਈ ਸਹਿਮਤ ਆ, ਕੋਈ ਕਿਸ ਧਰਮ ਨਾਲ ਸਹਿਮਤ ਆ, ਸਾਰੇ ਹੀ ਧਰਮਾਂ ਨੂੰ, ਸਾਰੇ ਹੀ ਪਾਰਟੀਆਂ ਨੂੰ ਅਸੀਂ ਤੇ ਇਹ ਗੱਲ ਇਹਨੂੰ ਅੱਗੇ ਪਿੱਛੇ ਕਰੀ ਜਾਂਦਾ। ਕੋਈ ਖਾਲਿਸਤਾਨੀ ਨਹੀਂ ਇੱਥੇ, ਕੋਈ ਦੂਜਾ ਬੰਦਾ ਨਹੀਂ, ਸਭ ਜ਼ਮੀਨਾਂ ਵਾਲੇ ਆ, ਸਭ ਜੱਟ ਵਾ, ਸਭ ਵਿਚਾਰੇ ਮਜ਼ਦੂਰ ਆ, ਵਿੱਚ ਸਭ ਆੜਤੀਏ ਆ, ਸਭ ਬੰਦੇ ਜਿਹੜੇ ਆ ਇਹ ਸਿਰਫ ਆਪਣੇ ਹਿੱਤ ਵਾਸਤੇ ਆਏ, ਆਪਣੀ ਰੋਟੀ ਵਾਸਤੇ ਆਏ ਆ, ਸਾਰੇ ਕਿਸਾਨੀ ਲਈ ਆਏ ਆ। ਇਹਨਾਂ ਨੂੰ ਆਪਾਂ ਰੰਗ ਹੋਰ ਕੋਈ ਦੇਈ ਜਾਵਾਂਗੇ ਤੇ ਇਹ ਮੀਡੀਆ ਵਾਸਤੇ ਮਾੜੀ ਗੱਲ ਆ। ਧੰਨਵਾਦ ਗੱਲਬਾਤ ਕਰਨ ਲਈ। ਸੋ ਕੱਲ ਕਾਫੀ ਇੱਕ ਵੱਡਾ ਵਿਵਾਦ ਖੜਾ ਹੋ ਚੱਲਿਆ ਸੀ, ਪਰ ਸੰਭਲ ਗਿਆ, ਕਿਉਂਕਿ ਬਲਬੀਰ ਸਿੰਘ ਰਾਜੇਵਾਲ ਹੋਣਾ ਨੇ ਜੋ ਬਿਆਨ ਦਿੱਤਾ ਸੀ ਉਸ ਨੂੰ ਲੈ ਕੇ ਕਈ ਜਥੇਬੰਦੀਆਂ ਦੇ ਵੱਲੋਂ ਵਿਰੋਧ ਕੀਤਾ ਗਿਆ ਸੀ। ਪਰ ਅੱਜ ਉਸੇ ਗੱਲ ਦੇ ਉੱਪਰ ਇਸ ਮੀਟਿੰਗ ਦੇ ਵਿੱਚ, ਇਸ ਕਮਰੇ ਦੇ ਅੰਦਰ ਮੀਟਿੰਗ ਹੋ ਰਹੀ ਹੈ। ਤਾਂ ਪਹਿਲਾਂ ਪੰਜਾਬ ਦੀ ਮੀਟਿੰਗ ਹੋਈ ਹੈ, ਪੰਜਾਬ ਦੇ ਕਿਸਾਨ ਆਗੂਆਂ ਦੀ ਮੀਟਿੰਗ ਹੋਈ ਹੈ, ਹੁਣ ਪੂਰੇ ਦੇਸ਼ ਭਰ ਦੇ ਜਿਹੜੇ ਕਿਸਾਨ ਹੈ ਉਹਨਾਂ ਦੀ ਮੀਟਿੰਗ ਅੰਦਰ ਚੱਲ ਰਹੀ ਹੈ। ਤਾਂ ਮੀਟਿੰਗ ਦੇ ਵਿੱਚ ਹੁਣ ਵੱਡੇ ਫੈਸਲੇ ਲਏ ਗਏ ਨੇ ਕਿ ਸਟੇਜ ਦੇ ਉੱਪਰ ਕਿਵੇਂ ਬੋਲਣਾ ਆ, ਕਿੱਦਾਂ ਬੋਲਣਾ ਆ, ਇਹ ਚੀਜ਼ਾਂ ਸਾਰੀਆਂ ਜਿਹੜੀਆਂ ਨੇ ਹੁਣ ਧਿਆਨ ਦੇ ਵਿੱਚ ਰੱਖੀਆਂ ਜਾਣਗੀਆਂ। ਤਾਂ ਅੰਦਰ ਮੀਟਿੰਗ ਚੱਲ ਰਹੀ ਹੈ, ਕੁਝ ਸਮਾਂ ਬਾਅਦ ਪ੍ਰੈਸ ਕਾਨਫਰੰਸ ਵੀ ਹੋਵੇਗੀ, ਵੱਡੇ ਫੈਸਲੇ ਲਏ ਜਾ ਸਕਦੇ ਆ। ਇੱਕ ਗੱਲ ਹੋਰ ਬੜੀ ਜਿਹੜੀ ਇੰਟਰਸਟਿੰਗ ਦੱਸੀ ਆ ਮਨਜੀਤ ਰਾਏ ਨੇ ਕਿ ਜਿਹੜੀ ਪ੍ਰਪੋਜ਼ਲ ਭੇਜੀ ਸੀ, ਜਿਹੜੀ ਪ੍ਰਪੋਜ਼ਲ ਸਰਕਾਰ ਨੇ ਭੇਜੀ ਸੀ, ਉਸ ਪ੍ਰਪੋਜ਼ਲ ਦੇ ਉੱਪਰ ਲਿਖਤੀ ਜਿਹੜਾ ਜਵਾਬ ਅਸੀਂ ਹੁਣ ਭੇਜਾਂਗੇ, ਉਹ ਜਵਾਬ ਹੋਵੇਗਾ ਨਾ ਦੇ ਵਿੱਚ ਜੋ ਗੱਲਾਂ ਕੀਤੀਆਂ ਸੀ, ਜੋ ਗੱਲਾਂ ਵਰਬਲੀ ਕੀਤੀਆਂ ਸੀ ਕਿ ਇਸ ਪ੍ਰਪੋਜ਼ਲ ਨੂੰ ਨਕਾਰਿਆ ਸੀ, ਤਾਂ ਹੁਣ ਉਹ ਲਿਖਤੀ ਰੂਪ ਦੇ ਵਿੱਚ ਇਹ ਜਵਾਬ ਦੇਣਗੇ। ਕਿਉਂਕਿ ਸਰਕਾਰ ਕਹਿੰਦੀ ਹੈ ਕਿ ਪ੍ਰਪੋਜ਼ਲ ਦੇ ਉੱਪਰ ਹੀ ਅਸੀਂ ਗੱਲ ਕਰਾਂਗੇ, ਪਰ ਦੂਜੇ ਪਾਸੇ ਕਿਸਾਨ ਕਹਿੰਦੇ ਸੀ ਕਿ ਅਸੀਂ ਪ੍ਰਪੋਜ਼ਲ ਨੂੰ ਸਿਰੇ ਤੋਂ ਨਕਾਰਦੇ ਹਾਂ। ਹੁਣ ਲਿਖਤੀ ਜਵਾਬ ਪ੍ਰਪੋਜ਼ਲ ਦਾ ਭੇਜਿਆ ਜਾਵੇਗਾ ਅਤੇ ਉਸ ਤੋਂ ਬਾਅਦ ਜੇਕਰ ਕੇਂਦਰ ਦੇ ਨਾਲ ਮੀਟਿੰਗ ਹੁੰਦੀ ਹੈ ਤੇ ਮੀਟਿੰਗ ਦੇ ਵਿੱਚ ਕਹਿੰਦੇ ਕਿ ਨਵੇਂ ਸਿਰੇ ਤੋਂ ਅਸੀਂ ਨਵੇਂ ਮੁੱਦਿਆਂ ਦੇ ਉੱਤੇ ਜਿਹੜੀ ਹੈ ਗੱਲ ਕਰਾਂਗੇ ਕਾਨੂੰਨ ਨੂੰ ਰੱਦ ਕਰਨ ਦੇ ਲਈ। ਕੈਮਰਾਮੈਨ ਮਨੀਸ਼ ਦੇ ਨਾਲ ਮਨਦੀਪ ਸਿੰਘ, ਡੇਲੀ ਪੋਸਟ ਪੰਜਾਬੀ, ਸਿੰਘੂ ਬਾਰਡਰ। ਦਿਨ ਚੱਲ ਰਿਹਾ ਏ, ਪਲ ਪਲ ਦੀ ਅਪਡੇਟ ਤੁਹਾਨੂੰ ਦੇ ਰਹੇ ਹਾਂ ਤੇ ਅੰਦੋਲਨ ਵੀ ਕਈ ਤਰ੍ਹਾਂ ਦੇ ਰੂਪ ਦਿਖਾ ਰਿਹਾ ਏ। ਰਾਤ ਬਹੁਤ ਕੁਝ ਹੋਇਆ। ਕੱਲ ਰਾਜੇਵਾਲ ਸਾਹਿਬ ਨੇ ਸਟੇਜ ਤੋਂ ਇੱਕ ਸਪੀਚ ਦਿੱਤੀ, ਉਸ ਤੋਂ ਬਾਅਦ ਵੱਡਾ ਵਿਵਾਦ ਹੋਇਆ, ਤਾਂ ਫਿਰ ਬਲਬੀਰ ਸਿੰਘ ਰਾਜੇਵਾਲ ਨੇ ਆਪਣਾ ਪੱਖ ਰੱਖਿਆ। ਉਸ ਤੋਂ ਬਾਅਦ ਅੱਜ ਅਹਿਮ ਮੀਟਿੰਗ ਹੋਈ ਹੈ ਪੰਜਾਬ ਦੇ ਕਿਸਾਨ ਆਗੂਆਂ ਦੀ। ਮਨਜੀਤ ਰਾਏ ਨੇ ਮੇਰੇ ਨਾਲ ਗੱਲਬਾਤ ਕਰਦੇ ਹਾਂ। ਰਾਏ ਸਾਹਿਬ, ਅੱਜ ਦੀ ਮੀਟਿੰਗ ਦੇ ਵਿੱਚ ਅਹਿਮ ਮਸਲਾ ਕੀ ਸੀ ਤੇ ਕੀ ਚੀਜ਼ਾਂ ਦੇ ਉੱਪਰ ਰਿਵਿਊ ਕੀਤਾ ਗਿਆ?
ਅੱਜ ਦੀ ਮੀਟਿੰਗ 'ਚ ਇਹ ਸੀ ਵੀ ਸਟੇਜ ਦੀ ਕਾਰਵਾਈ ਕਿਸ ਤਰ੍ਹਾਂ ਚੱਲੂਗੀ, ਇਸ ਅੰਦੋਲਨ ਨੂੰ ਅੱਗੇ ਕਿਵੇਂ ਲਿਜਾਣਾ, ਤੇ ਇੱਕ ਇਹ ਵੀ ਗੱਲ ਵਿਚਾਰੀ ਗਈ ਹੈ ਵੀ ਸਰਕਾਰ ਨੇ ਜਿਹੜੀ ਗੱਲ ਬਾਰ-ਬਾਰ ਕਹਿ ਰਹੀ ਹੈ ਕਿ ਅਸੀਂ ਪ੍ਰਪੋਜ਼ਲ ਭੇਜੀ, ਇਹਨਾਂ ਨੇ ਜਵਾਬ ਨਹੀਂ ਦਿੱਤਾ, ਉੱਤੇ ਆਪਾਂ ਜਵਾਬ ਵੀ ਬਣਾ ਕੇ ਭੇਜਣਾ ਚਾਹੀਦਾ, ਤੇ ਇਹਨਾਂ ਗੱਲਾਂ ਤੇ ਚਰਚਾ ਹੋਈ ਅੱਜ, ਤੇ ਉਹ ਤੇ ਹੁਣ ਜਵਾਬ ਸਾਡੇ ਐਕਸਪਰਟ ਬਣਾਉਣਗੇ ਅੱਜ ਮੇਰੇ ਖਿਆਲ ਦੇ ਵਿੱਚ, ਉਹਨੂੰ ਫਿਰ ਕੱਲ ਵਿਚਾਰਾਂਗੇ, ਵਿਚਾਰ ਕੇ ਤਾਂ ਫਿਰ ਸਰਕਾਰ ਨੂੰ ਭੇਜਾਂਗੇ। ਚਰਚਾ ਹੋ ਰਹੀ ਸੀ ਕਿ ਲਿਖਤੀ ਜਵਾਬ ਦਿੱਤਾ ਜਾਵੇ, ਤਾਂ ਹੁਣ ਉਸ ਪ੍ਰਪੋਜ਼ਲ ਦਾ ਲਿਖਤੀ ਜਵਾਬ ਦਿੱਤਾ ਜਾਊਗਾ। ਬਿਲਕੁਲ, ਅਸੀਂ ਉਹਦਾ ਲਿਖਤੀ ਜਵਾਬ ਸ਼ਾਰਟ ਉਹੀ ਜੋ ਅਸੀਂ ਜਿਵੇਂ ਹੋਰ ਰਿਜੈਕਟ ਕੀਤੇ ਸੀ, ਰੱਦ ਕੀਤੇ ਸੀਗੇ ਵੀ ਉਹਨਾਂ ਦੀ ਪ੍ਰਪੋਜ਼ਲ ਜਿਹੜੀ ਆਈ ਸੀ, ਅਸੀਂ ਉਸੇ ਤਰ੍ਹਾਂ ਦਾ ਜਵਾਬ ਭੇਜਣ ਲੱਗੇ ਆ, ਕੋਈ ਲੰਬਾ ਚੌੜਾ ਨਹੀਂ, ਕੱਲੀ ਕਲੌਜ਼ ਬਾਈ ਨਹੀਂ, ਕੋਈ ਮਤਲਬ ਉਹਨਾਂ ਨੇ ਜਿੱਦਾਂ 10 ਪੁਆਇੰਟ ਦਿੱਤੇ ਉੱਦਾਂ ਨਹੀਂ, ਸਿੱਧਾ ਹੀ ਕਿ ਅਸੀਂ ਜਿਹੜੀ ਇਹ ਤੁਹਾਡੀ ਤੁਸੀਂ ਭੇਜੀ ਸੀ ਪ੍ਰਪੋਜ਼ਲ, ਇਹਨੂੰ ਵੀ ਅਸੀਂ ਰੱਦ ਕਰਦੇ ਹਾਂ, ਔਰ ਇਹ ਜਿਹੜੀ ਆ ਬਿਲਕੁਲ ਜੋ ਅਸੀਂ ਤੁਹਾਡੇ ਨਾਲ ਪਹਿਲਾਂ ਆਲਰੇਡੀ ਬਹਿਸ ਕਰ ਚੁੱਕੇ ਹਾਂ, ਉਹੀ ਕੁਝ ਤੁਸੀਂ ਭੇਜਿਆ, ਇਹ ਬਿਲਕੁਲ ਅਸੀਂ ਇਹਨੂੰ ਰੱਦ ਕਰਦੇ ਹਾਂ, ਅਸੀਂ ਇਹਨੂੰ ਬਿਲਕੁਲ ਮੰਨਣ ਨੂੰ ਤਿਆਰ ਨਹੀਂ। ਸਰਕਾਰ ਕਹਿੰਦੀ ਹੈ ਕਿ ਅਸੀਂ ਉਸੇ ਪ੍ਰਪੋਜ਼ਲ ਦੇ ਉੱਪਰ ਗੱਲ ਕਰਾਂਗੇ, ਕਿਸਾਨ ਕਹਿ ਰਹੇ ਨੇ ਕਿ ਉਸ ਪ੍ਰਪੋਜ਼ਲ ਦੇ ਉੱਪਰ ਗੱਲ ਨਹੀਂ, ਨਵੇਂ ਸਿਰੋਂ ਗੱਲ ਹੋਣੀ ਚਾਹੀਦੀ ਹੈ, ਪਰ ਸਰਕਾਰ ਕਹਿੰਦੀ ਉਸੇ ਪ੍ਰਪੋਜ਼ਲ ਤੇ ਗੱਲ ਹੋਣੀ ਚਾਹੀਦੀ ਹੈ। ਦੇਖੋ, ਸਰਕਾਰ ਜਿਹੜੀ ਆ ਉਹਦੀ ਕਿਤੇ ਮਨਸ਼ਾ ਇਹ ਹੈ ਵੀ ਹੌਲੀ ਹੌਲੀ ਲੋਕ ਚਲੇ ਜਾਣਗੇ ਤੇ ਕਿਤੇ ਨਾ ਕਿਤੇ ਇਹ ਆ ਜਾਣਗੇ ਸੋਧਾਂ ਦੇ ਵਿੱਚ, ਪਰ ਜਾਣੇ ਵਾਲੇ ਨਹੀਂ ਇਹ ਲੋਕ ਅੱਗੇ ਨੂੰ ਵਧਣਗੇ। ਇਹ ਜਿੱਦਾਂ ਜਿੱਦਾਂ ਗੁੱਸਾ ਵੱਧ ਰਿਹਾ ਉਦਾਂ ਉਦਾਂ ਦੇਖੋ, ਹੁਣ ਸਾਡੀ ਮੀਟਿੰਗ ਚੱਲਣ ਲੱਗੀ ਆ, ਸਟਾਰਟ ਹੋ ਗਈ ਆ ਲਗਭਗ ਬਾਕੀ ਸਟੇਟਾਂ ਨਾਲ, ਔਰ ਉਹਦੇ ਵਿੱਚ ਹੁਣ ਹਰਿਆਣੇ ਵਾਲੇ ਵੀਰਾਂ ਨੇ ਦੱਸਿਆ ਵੀ ਹਰਿਆਣੇ ਦੇ ਲੋਕ ਬੜੇ ਨਿਕਲ ਕੇ ਆਉਣ ਲੱਗੇ ਜ਼ਿਆਦਾ, ਇਸ ਕਰਕੇ ਸਾਡੀ ਤਾਦਾਦ ਵਧੂਗੀ, ਸਾਡੀ ਸੰਖਿਆ ਵਧੂਗੀ। ਜਦੋਂ ਸੰਖਿਆ ਵਧੂਗੀ ਸਰਕਾਰ ਨੂੰ ਕਿਤੇ ਨਾ ਕਿਤੇ ਸੋਚਣਾ ਪਊਗਾ, ਇਸ ਕਰਕੇ ਬਾਕੀ ਸਟੇਟਾਂ ਵੀ ਦੇਖੀ ਜਿਹੜੇ ਪੂਰੇ ਭਾਰਤ ਦੇ ਵਿੱਚ ਸੰਖਿਆ ਨਿਕਲ ਕੇ ਆ ਗਈ, ਸਰਕਾਰ ਨੂੰ ਮੋੜਨਾ ਪਊਗਾ ਔਰ ਇਹ ਰੱਦ ਕਰਾ ਕੇ ਮੁੜਾਂਗੇ। ਝੰਡਿਆਂ ਦੇ ਰੰਗਾਂ ਨੂੰ ਲੈ ਕੇ ਬੜਾ ਵਿਵਾਦ ਹੋ ਰਿਹਾ ਹੈ, ਉਹਨੂੰ ਲੈ ਕੇ ਕੋਈ ਮੀਟਿੰਗ ਦੇ ਵਿੱਚ ਵਿਚਾਰ ਚਰਚਾ ਹੋਈ ਹੈ? ਨਹੀਂ, ਉਹ ਕੋਈ ਇਦਾਂ ਦੀ ਗੱਲ ਨਹੀਂ। ਉਹ ਦਰਅਸਲ ਰਾਜੇਵਾਲ ਸਾਹਿਬ ਨੇ ਇਹ ਕਿਹਾ ਵੀ ਕਿਉਂਕਿ ਕੁਝ ਜਿਹੜੇ ਚੈਨਲ ਉਹ ਵਿਖਾਣ ਲੱਗ ਪਏ ਸੀ ਵੀ ਖਾਲਿਸਤਾਨ ਦੇ ਨਾਅਰੇ ਤਾਂ ਲੱਗੇ ਉਧਰ ਕੈਨੇਡਾ ਅਮਰੀਕਾ ਦੇ ਵਿੱਚ, ਉਹਨਾਂ ਨੂੰ ਚੱਕ ਲਿਆ, ਇੱਥੋਂ ਟਰਾਲੀ ਦੇ ਉੱਪਰ ਤਸਵੀਰਾਂ ਸ਼ੌਂਕ ਨਾਲ ਬਣਾ ਲੈਂਦੇ ਆ ਨੌਜਵਾਨ, ਉਹ ਕੋਈ ਰਾਈਫਲ ਦੀ ਤਸਵੀਰ ਬਣੀ ਸੀ ਉਹ ਚੱਕ ਲਈ, ਤੇ ਨਿਸ਼ਾਨ ਸਾਹਿਬ ਲੱਗੇ ਹੋਏ ਚੱਕ ਲਿਆ, ਤੇ ਦੇਖੋ ਜੀ ਇਹ ਖਾਲਿਸਤਾਨੀ ਆਏ ਹੋਏ ਨੇ, ਖਾਲਿਸਤਾਨ ਦੇ ਨਾਅਰੇ ਲੱਗ ਰਹੇ ਨੇ। ਇਹ ਸਾਰਾ ਸਰਕਾਰ ਜਿਹੜੀ ਆ ਕਰਵਾ ਰਹੀ ਆ ਆਪਣੇ ਖਰੀਦੇ ਹੋਏ ਮੀਡੀਆ ਦੇ ਕੋਲੋਂ, ਜਿਹੜੇ ਚੈਨਲ ਉਹਨਾਂ ਦੀ ਬਾਣੀ ਬੋਲਦੇ ਉਹਨਾਂ ਕੋਲੋਂ ਕਰਵਾ ਰਹੀ ਆ, ਕਿਉਂਕਿ ਸਾਡਾ ਨਾ ਤਾਂ ਕਿਸੇ ਨੇ ਖਾਲਿਸਤਾਨ ਦਾ ਨਾਰਾ ਲਾਇਆ, ਨਾ ਕੋਈ ਖਾਲਿਸਤਾਨ ਦੀ ਮੰਗ ਹੈ। ਸਾਡੀ ਮੰਗ ਕੇਵਲ ਜਿਹੜੀ ਆ ਉਹ ਖੇਤੀ ਕਾਨੂੰਨਾਂ ਨੂੰ ਰੱਦ ਕਰਾਉਣ ਦੀ ਆ। ਅਸੀਂ ਸਰਕਾਰ ਨੂੰ ਹਰ ਵਾਰ ਕਹਿੰਦੇ ਆ ਕਿ ਭਾਈ ਇਹ ਕਾਨੂੰਨਾਂ ਨੂੰ ਰੱਦ ਕਰੋ, ਅਸੀਂ ਭਲੀ ਭਾਂਤੀ ਆਪਾਂ ਫੇਲ ਹੋਏ ਐਕਸਪਲੇਨ ਕਰਨ ਦੇ ਵਿੱਚ, ਕਿਉਂਕਿ ਸਿੱਖੀ ਦਾ ਝੰਡਾ ਜਿਹੜਾ ਅਸੀਂ ਲਾਇਆ ਹੈ ਇੱਥੇ ਨਿਸ਼ਾਨ ਸਾਹਿਬ, ਉਹ ਤਾਂ ਸਿੱਖੀ ਦਾ ਇੱਕ ਹੈਗਾ ਆ, ਨਿਸ਼ਾਨ ਹੈਗਾ ਤਾਂ ਪ੍ਰਤੀਕ ਹੈ, ਤਾਂ ਦੂਸਰੇ ਪਾਸੇ ਖਾਲਿਸਤਾਨ ਦਾ ਝੰਡਾ ਹੀ ਹੋਰ ਹੈਗਾ, ਤਾਂ ਕਿਤੇ ਨਾ ਕਿਤੇ ਆਪਾਂ ਤਾਂ ਨਹੀਂ ਕਿਤੇ ਫੇਲ ਹੋਏ ਸਮਝਾਉਣ 'ਚ? ਨਹੀਂ, ਅਸੀਂ ਦੇਖੋ ਜਿਹੜੀ ਅਸਲ ਗੱਲ ਆ, ਅਸੀਂ ਤਾਂ ਇਹ ਗੱਲ ਕੱਲ ਸਟੇਜ ਤੋਂ ਵੀ ਆਖੀ ਗਈ ਆ ਵੀ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਸੀ, ਉਹਦੀਆਂ ਵੱਖ-ਵੱਖ ਮਿਸਲਾਂ ਸੀ, ਉਹ ਮਿਸਲਾਂ 'ਚ ਮੁਗਲ ਮਿਸਲਾਂ ਸੀ, ਉਹਨਾਂ ਦਾ ਆਪਣਾ ਝੰਡਾ ਹੁੰਦਾ ਸੀ, ਸਿੱਖ ਮਿਸਲਾਂ ਸੀ, ਉਹਨਾਂ ਦਾ ਆਪਣਾ ਕੇਸਰੀ ਰੰਗ ਸੀ, ਤੇ ਇਸੇ ਤਰ੍ਹਾਂ ਡੋਗਰਾ ਰੇਜਮੈਂਟ ਸੀ, ਉਹਨਾਂ ਦਾ ਵੱਖਰਾ ਸੀ। ਇਹ ਆਪਣੇ ਜਿਹੜੇ ਉਹ ਨਿਸ਼ਾਨ ਹੁੰਦੇ ਆ, ਉਹ ਤਾਂ ਉਹਦਾ ਕੋਈ ਖਾਲਿਸਤਾਨ ਨਾਲ ਸੰਬੰਧ ਨਹੀਂ। ਸਾਡੇ ਇੱਦਾਂ ਅਨੰਦਪੁਰ ਸਾਹਿਬ ਜਾਂਦੇ ਆ ਲੋਕ, ਉਹ ਸਾਰੇ ਨਿਸ਼ਾਨ ਸਾਹਿਬ ਇਸੇ ਕਲਰ ਦੇ, ਕੇਸਰੀ ਕਲਰ ਦੇ ਹੁੰਦੇ ਆ, ਖੰਡਾ ਲੱਗਾ ਹੁੰਦਾ, ਉਹ ਲੈ ਕੇ ਜਾਂਦੇ, ਦਾ ਮਤਲਬ ਉੱਥੇ ਖਾਲਿਸਤਾਨ ਲੈਣ ਥੋੜੀ ਜਾਂਦੇ ਆ, ਉਹ ਤਾਂ ਗੁਰਪੁਰਬ ਮਨਾਉਣ ਜਾਂਦੇ, ਗੁਰੂ ਦੇ ਦਿਹਾੜੇ ਮਨਾਉਣ ਜਾਂਦੇ ਆ। ਇਸ ਕਰਕੇ ਬਿਲਕੁਲ ਸਰਕਾਰ ਗਲਤ ਇਹਨੂੰ ਪੇਸ਼ ਕਰ ਰਹੀ ਆ, ਸਰਕਾਰ ਦਾ ਖਰੀਦਿਆ ਹੋਇਆ ਮੀਡੀਆ ਪੇਸ਼ ਕਰ ਰਿਹਾ। ਮੈਂ ਬਾਰ-ਬਾਰ ਇਹ ਕਹੂੰਗਾ ਕਿ ਜਿਹੜਾ ਸਰਕਾਰ ਨੇ ਖਰੀਦਿਆ ਹੋਇਆ ਮੀਡੀਆ ਉਹ ਗਲਤ ਰੰਗਤ ਦਿੰਦਾ। ਸਾਡਾ ਅੰਦੋਲਨ ਇਸ ਪੱਖ ਦਾ ਕਦੇ ਨਹੀਂ ਹੋਇਆ ਕਿ ਖਾਲਿਸਤਾਨ ਮੰਗ ਰਹੇ ਨੇ, ਨਾ ਕੋਈ ਖਾਲਿਸਤਾਨ ਦੀ ਅੱਜ ਮੰਗ ਹੈ। ਜਦੋਂ ਖਾਲਿਸਤਾਨ ਦੀ ਮੰਗੂ ਉਦੋਂ ਗੱਲ ਕਰਨ, ਅੱਜ ਜਿਹੜੀ ਗੱਲ ਹੈ ਉਹ ਸਿਰਫ ਤਾਂ ਸਿਰਫ ਕਿਸਾਨੀ ਬਿੱਲਾਂ ਨੂੰ ਲੈ ਕੇ ਆ, ਤੇ ਕਿਸਾਨੀ ਬਿੱਲ ਰੱਦ ਕਰਾਉਣ ਦੀ ਗੱਲ ਹੈ। ਸਰਕਾਰ ਕਿਤੇ ਨਾ ਕਿਤੇ ਦਰਅਸਲ ਅਸਲ ਗੱਲ ਜਿਹੜੀ ਹੈ ਨਾ, ਸਰਕਾਰ ਲੋਕਾਂ ਨੂੰ ਭੜਕਾਉਣਾ ਚਾਹੁੰਦੀ ਹੈ, ਆਪਸ ਵਿੱਚ ਲੜਾਉਣਾ ਚਾਹੁੰਦੀ ਹੈ। ਸਰਕਾਰ ਦਾ ਕੰਮ ਹੀ ਇਹ ਜਿਹੜੀ ਬੀਜੇਪੀ ਸਰਕਾਰ ਨਾ, ਖਾਸ ਕਰਕੇ ਮੈਂ ਸਿੱਧਾ ਅਟੈਕ ਕਰੂੰਗਾ ਬੀਜੇਪੀ ਸਰਕਾਰ, ਇਹਦਾ ਕੰਮ ਇਹ ਆ ਵੀ ਲੋਕਾਂ ਨੂੰ ਲੜਾਓ, ਹਿੰਦੂ ਮੁਸਲਿਮ ਸਿੱਖ ਨੂੰ ਲੜਾਓ, ਰਾਜ ਕਰੋ। ਇਹ ਗੋਰਿਆਂ ਨਾਲੋਂ ਵੀ ਉੱਪਰ ਦੀ ਇਹਨਾਂ ਦੀ ਰਾਜਨੀਤੀ ਹੋ ਗਈ। ਜਿਹੜੇ ਅੰਗਰੇਜ਼ ਲੋਕ ਸੀ ਉਹ ਕਰਦੇ ਸੀ ਪਾੜੋ ਤੇ ਰਾਜ ਕਰੋ, ਅੱਜ ਉਹ ਨੀਤੀ ਬਣਾ ਕੇ ਬੈਠੇ ਨੇ। ਬੜੇ ਇਹ ਲੋਕ ਜਿਹੜੇ ਇਹ ਕਿਸੇ ਦੇਸ਼ ਦੇ ਨਾਂ ਤਾਂ ਹਿੰਦੂਆਂ ਦੇ ਹਿਤੈਸ਼ੀ ਵੀ ਹੈ ਨਹੀਂ, ਸਾਡੇ ਹਿੰਦੂ ਭਰਾਵਾਂ ਨੂੰ ਵੀ ਇਹ ਵਰਗ ਲਾ ਰਹੇ ਨੇ, ਕਰੋਚ ਲਿਆ ਰਹੇ ਨੇ, ਗੁੱਸੇ 'ਚ ਲਿਆ ਰਹੇ ਨੇ। ਇਸ ਕਰਕੇ ਇਹ ਹਿੰਦੂ ਭਰਾਵਾਂ ਦੇ ਹਿਤੈਸ਼ੀ ਨਹੀਂ, ਉਹਨਾਂ ਦਾ ਵੀ ਨੁਕਸਾਨ ਕਰਨੇ ਤੇ ਜਾ ਰਹੇ ਨੇ, ਸਿਰਫ ਆਪਣੀਆਂ ਕੁਰਸੀਆਂ ਲਈ। ਇਹ ਆਪਣੀਆਂ ਕੌਮਾਂ ਨਾਲ ਵੀ, ਬਾਕੀ ਕੌਮਾਂ ਨਾਲ ਵੀ ਗੱਦਾਰੀ ਕਰਨੇ ਨੇ। ਮੈਂ ਗੱਦਾਰੀ ਦਾ ਸ਼ਬਦ ਕਹੂੰਗਾ ਕਿ ਪੂਰੇ ਭਾਰਤ ਨਾਲ ਇਹ ਜਿਹੜੀ ਬੀਜੇਪੀ ਸਰਕਾਰ ਹੈ ਗੱਦਾਰੀ ਤੇ ਉਤਰ ਆਈ ਆ, ਲੋਕਾਂ ਨੂੰ ਲੜਾਉਣ ਤੇ ਉਤਰ ਆਈ ਆ। ਇਹ ਗੱਦਾਰ ਲੋਕ ਨੇ ਜਿਹੜੇ ਸੱਤਾ 'ਚ ਬੈਠੇ ਨੇ। ਉਹ ਤਾਂ ਕਹਿੰਦੇ ਕਿ ਅਸੀਂ ਕਿਸਾਨਾਂ ਦੇ ਨਾਲ ਖੜੇ ਆ, ਕਿਸਾਨਾਂ ਦੇ ਲਈ ਇਹ ਕਾਨੂੰਨ ਬਣਾਏ, ਕਿਸਾਨਾਂ ਤੋਂ ਬਾਹਰ ਹੈ ਹੀ ਨਹੀਂ ਕੁਝ। ਦੇਖੋ, ਤੁਸੀਂ ਕੀ ਸਵਾਲ ਕੀਤਾ, ਮੇਰਾ ਧਿਆਨ ਉੱਧਰ ਚਲਾ ਗਿਆ ਸੀ। ਮੈਂ ਕੀਤਾ ਵੀ ਸਰਕਾਰ ਤਾਂ ਕਹਿ ਰਹੀ ਹੈ ਕਿ ਅਸੀਂ ਕਿਸਾਨਾਂ ਦੇ ਨਾਲ ਖੜੇ ਆ, ਕਿਸਾਨਾਂ ਤੋਂ ਬਾਹਰ ਤਾਂ ਹੈ ਹੀ ਨਹੀਂ ਕਿ ਅਸੀਂ ਲੜਾਉਣਾ ਨਹੀਂ ਆ, ਸਾਡਾ ਕੰਮ ਜੋੜਨਾ ਆ। ਨਹੀਂ, ਸਾਡੇ ਨਾਲ ਖੜੇ ਆ ਤਾਂ ਕਾਨੂੰਨ ਰੱਦ ਕਰਨ ਜੀ, ਅਸੀਂ ਜਾਈਏ ਘਰਾਂ ਨੂੰ,
ਗੱਲ ਤਾਂ ਇਹ ਆ ਸਿੱਧੀ ਸਪਸ਼ਟ, ਉਹ ਕਾਨੂੰਨ ਰੱਦ ਕਰਨ ਨੂੰ ਤਿਆਰ ਨਹੀਂ ਹੈਗੇ ਤੇ ਉਹ ਫਿਰ ਸਾਡੇ ਨਾਲ ਕਿੱਥੋਂ ਖੜੇ ਨੇ ਜੀ? ਕਿਤੇ ਨਾ ਕਿਤੇ ਉਹ ਸਾਨੂੰ ਖਰਾਬ ਕਰ ਰਹੇ ਨੇ, ਇਹ ਸਾਨੂੰ ਖਰਾਬ ਕਰ ਰਹੇ ਨੇ। ਉਹ ਦੋ ਗੱਲਾਂ ਹੋਰ ਨੇ। ਔਲਖ ਸਾਹਿਬ ਆਜੋ ਆਪਾਂ ਕਰ ਲੈਂਦੇ ਹਾਂ ਗੱਲ। ਤਾਂ ਅੱਜ ਦੀ ਮੀਟਿੰਗ ਦੇ ਵਿੱਚ ਕੀ ਮੁੱਦਾ ਰਾਜੇਵਾਲ ਸਾਹਿਬ ਨੇ ਜੋ ਬਿਆਨ ਦਿੱਤੇ ਸੀਗੇ ਸਟੇਜ ਦੇ ਉੱਪਰੋਂ, ਉਹਦੇ ਬਾਰੇ ਵੀ ਕੋਈ ਮੀਟਿੰਗ ਦੇ ਵਿੱਚ ਰਿਵਿਊ ਹੋਇਆ? ਵੇਖੋ ਕਿ ਰਾਜੇਵਾਲ ਸਾਹਿਬ ਦੀ ਕੋਈ ਮਨਸਾ ਨਹੀਂ ਇਹੋ ਜੀ ਵੀ ਕਿਸੇ ਨੂੰ ਠੇਸ ਪਹੁੰਚੇ। ਉਹਨਾਂ ਨੇ ਤਾਂ ਸਿਰਫ ਇਹੋ ਸਮਝਾਉਣ ਦੀ ਕੋਸ਼ਿਸ਼ ਕੀਤੀ ਆ ਵੀ ਜਿਹੜੀ ਸਰਕਾਰ ਕਹੀ ਜਾਂਦੀ ਹੈ ਵੀ ਆ ਝੰਡਾ ਲਾਇਆ ਜੀ ਇਹ ਖਾਲਿਸਤਾਨੀ ਆ ਗਿਆ, ਆ ਵੇਖੋ ਨਿਸ਼ਾਨ ਸਾਹਿਬ ਲਾਇਆ ਖਾਲਿਸਤਾਨੀ ਆ ਗਏ। ਉਹਨਾਂ ਨੇ ਆਪਣੀ ਸਾਰੀ ਸੰਗਤ ਨੂੰ, ਜਿੰਨੇ ਵੀ ਸਾਡੇ ਗੁਰੂ ਦੇ ਲਾਡਲੀਆਂ ਫੌਜਾਂ, ਉਹਨਾਂ ਨੂੰ ਸਿਰਫ ਸਮਝਾਉਣ ਦੀ ਕੋਸ਼ਿਸ਼ ਕੀਤੀ ਆ ਵੀ ਆਪਾਂ ਇਹ ਕਿਸਾਨੀ ਦੀ ਲੜਾਈ ਲੜਨਾ ਆ, ਤਗੜੇ ਹੋ ਕੇ ਇਹਨੂੰ ਕਿਸਾਨੀ ਦਾ ਹੀ ਘੋਰ ਰਹਿਣ ਦੀਏ ਤੇ ਸਾਡਾ ਸਾਥ ਦਿਓ। ਕੋਈ ਉਹਨਾਂ ਦੀ ਇਹ ਮਨਸ਼ਾ ਨਹੀਂ, ਉਹ ਕੋਈ ਲਫ਼ਜ਼ਾਂ ਦੇ ਵਿੱਚ ਕੋਈ ਹੇਰ ਫੇਰ ਹੋ ਗਈ ਆ, ਉਹਦੀ ਵਾਸਤੇ ਉਹਨਾਂ ਨੇ ਮਾਫੀ ਮੰਗੀ ਆ। ਸਾਰੀ ਜਥੇਬੰਦੀਆਂ ਨੇ ਵੀ ਇਹ ਗੱਲ ਦਾ ਗਲਤੀ ਦੀ ਮਾਫੀ ਮੰਗੀ ਆ ਵੀ ਜੇ ਕੋਈ ਕੋ ਵੱਧ ਘੱਟ ਬੋਲਿਆ ਗਿਆ ਤੇ ਉਹ ਗੱਲ ਦੀ ਸਾਰੀ ਸੰਗਤ ਕੋ ਮਾਫੀ ਆ। ਸਟੇਜ ਦੇ ਉੱਪਰ ਕਿੰਨਾ ਬੋਲਣਾ, ਕਿੰਨੇ ਬੋਲਣਾ, ਕਿੰਨਾ ਕੁ ਟਾਈਮ ਬੋਲਣਾ, ਇਸ ਚੀਜ਼ ਦੀ ਨੀਤੀ ਬਣਾਈ ਜਾਊਗੀ? ਵੇਖੋ ਜੀ, ਸਟੇਜ ਦੇ ਉੱਤੇ ਇਹ ਰੱਖਿਆ ਗਿਆ ਵਾ, ਜਿਹੜੀ ਸਾਡੀ ਉੱਥੇ 5 ਮੈਂਬਰੀ ਕਮੇਟੀ ਬਣਾਈ ਗਈ ਆ, ਉਹਦੇ ਵਿੱਚ ਜਿਹੜਾ ਸਾਡਾ ਕਿਸਾਨੀ ਦੇ ਹੱਕ 'ਚ ਗੱਲ ਕਰੂਗਾ, ਭਾਵੇਂ ਉਹ ਗਾਇਕ ਹੋਵੇ, ਭਾਵੇਂ ਕੋਈ ਉਹ ਧਾਰਮਿਕ ਹੀ ਹੋਵੇ, ਭਾਵੇਂ ਕੋਈ ਵੀ ਜਿਹੜਾ ਬੁੱਧੀਜੀਵ ਹੋਵੇ, ਕੋਈ ਕਿਸਾਨ, ਸਿਰਫ ਤੇ ਸਿਰਫ ਉੱਥੇ ਸਟੇਜ ਤੋਂ ਕਿਸਾਨੀ ਦੀ ਗੱਲ ਹੋਊਗੀ ਤੇ ਉਹਨਾਂ ਨੂੰ ਹੀ ਟਾਈਮ ਦਿੱਤਾ ਜਾਊਗਾ। ਖਾਸ ਕਰਕੇ ਦੂਜੇ ਕਿਸੇ ਬੰਦੇ ਨੂੰ ਟਾਈਮ ਨਹੀਂ ਦਿੱਤਾ ਜਾਊਗਾ। ਪਰ ਵੈਸੇ ਇੱਕ ਪੱਖ ਦੇਖਿਆ ਜਾਵੇ, ਰਾਜੇਵਾਲ ਸਾਹਿਬ ਨੇ ਕੁਝ ਸਮਝਾਉਣ ਦੀ ਕੋਸ਼ਿਸ਼ ਕੀਤੀ ਸੀਗੀ, ਠੀਕ ਹੈ, ਨੈਸ਼ਨਲ ਮੀਡੀਆ ਜਾਂ ਨੈਸ਼ਨਲ ਲੈਵਲ ਤੇ ਜੋ ਕੁਝ ਤਸਵੀਰ ਇਸ ਅੰਦੋਲਨ ਦੀ ਦਿਖਾਈ ਜਾ ਰਹੀ ਆ ਉਹੋ ਜੀ ਨਹੀਂ ਦਿਖਾਉਣੀ ਚਾਹੀਦੀ। ਉਹਨਾਂ ਨੇ ਸਮਝਾਉਣ ਦੀ ਕੋਸ਼ਿਸ਼ ਕੀਤੀ ਸੀ, ਤਾਂ ਕੀ ਆਉਣ ਵਾਲੇ ਸਮੇਂ ਦੇ ਵਿੱਚ ਫਿਰ ਸਮਝਾਉਣਾ ਵੀ ਬੰਦ ਕਰ ਦਿਓਗੇ? ਵੇਖੋ ਜੀ, ਹੁਣ ਇਹ ਤੇ ਜਿਹੜਾ ਮੀਡੀਆ ਨੇ ਇਹ ਗੱਲ ਚੁੱਕੀ ਆ ਉਹਦੇ ਵਾਸਤੇ ਮਾੜੀ ਗੱਲ ਆ। ਇੱਕ ਪੜ੍ਹਿਆ ਲਿਖਿਆ ਤੇ ਬਹੁਤ ਸਿਆਣਾ ਲੀਡਰ ਬੰਦਾ ਵਾ ਜਿਹਨੇ ਸਮਝਾਉਣ ਦੀ ਕੋਸ਼ਿਸ਼ ਕੀਤੀ ਆ ਵੀ ਇਹ ਕਿਸਾਨੀ ਦਾ ਮੁੱਦਾ, ਸਾਡੇ 3 ਬਿੱਲ ਜਿਹੜੇ ਕਿ ਨਹੀਂ ਬਹੁਤ ਜ਼ਰੂਰੀ ਆ ਵੀ ਜਿਹੜੇ ਇਹ ਤਿੰਨੇ ਬਿੱਲ ਰੱਦ ਹੋਣੇ ਚਾਹੀਦੇ ਆ, ਕਿਉਂਕਿ ਸਾਡੀ ਆਉਣ ਵਾਲੀ ਜਨਰੇਸ਼ਨ ਜਿਹੜੀ ਆ ਉਹਦਾ ਇਹ ਜ਼ਿੰਦਗੀ ਦਾ ਸਵਾਲ ਆ, ਸਾਡੇ ਕਿਸਾਨੀ ਦਾ ਸਵਾਲ ਆ, ਸਾਡੇ ਜ਼ਮੀਨਾਂ ਦਾ ਸਵਾਲ ਆ, ਸਾਡੀ ਪੱਗ ਦਾ ਸਵਾਲ ਆ। ਇਹ ਕਰਕੇ ਇਹ ਜਿਹੜੇ ਬਿੱਲ ਆ ਇਹਨਾਂ ਵਾਸਤੇ ਅਸੀਂ ਕੁੱਲ ਜਿੰਨਾ ਵੀ ਵਰਗ ਆ ਸਾਡਾ, ਉਹਦੇ ਵਿੱਚ ਧਾਰਮਿਕ ਵਰਗ ਆ, ਕੋਈ ਕਿਸ ਧਰਮ ਨਾਲ ਕੋਈ ਸਹਿਮਤ ਆ, ਕੋਈ ਕਿਸ ਧਰਮ ਨਾਲ ਸਹਿਮਤ ਆ, ਸਾਰੇ ਹੀ ਧਰਮਾਂ ਨੂੰ, ਸਾਰੇ ਹੀ ਪਾਰਟੀਆਂ ਨੂੰ ਅਸੀਂ ਤੇ ਇਹ ਗੱਲ ਕਹਿੰਦੇ ਵੀ ਇਹ ਜਿਹੜੇ ਬਿੱਲ ਵਾ ਇਹ ਕਿਸਾਨੀ ਦੇ ਜਿਹੜੇ ਬਿਲਕੁਲ ਕਿਸਾਨ ਮਾਰੂ ਆ, ਇਹਨਾਂ ਵਿੱਚ ਸਾਡੀ ਹਮਾਇਤ ਦਿਓ। ਇਹ ਮੀਡੀਆ ਹੀ ਚੁੱਕ ਕੇ ਇਹਨੂੰ ਅੱਗੇ ਪਿੱਛੇ ਕਰੀ ਜਾਂਦਾ। ਕੋਈ ਖਾਲਿਸਤਾਨੀ ਨਹੀਂ ਇੱਥੇ, ਕੋਈ ਦੂਜਾ ਬੰਦਾ ਨਹੀਂ, ਸਭ ਜ਼ਮੀਨਾਂ ਵਾਲੇ ਆ, ਸਭ ਜੱਟ ਵਾ, ਸਭ ਵਿਚਾਰੇ ਮਜ਼ਦੂਰ ਆ, ਵਿੱਚ ਸਭ ਆੜਤੀਏ ਆ, ਸਭ ਬੰਦੇ ਜਿਹੜੇ ਆ ਇਹ ਸਿਰਫ ਆਪਣੇ ਹਿੱਤ ਵਾਸਤੇ ਆਏ, ਆਪਣੀ ਰੋਟੀ ਵਾਸਤੇ ਆਏ ਆ, ਸਾਰੇ ਕਿਸਾਨੀ ਲਈ ਆਏ ਆ। ਇਹਨਾਂ ਨੂੰ ਆਪਾਂ ਰੰਗ ਹੋਰ ਕੋਈ ਦੇਈ ਜਾਵਾਂਗੇ ਤੇ ਇਹ ਮੀਡੀਆ ਵਾਸਤੇ ਮਾੜੀ ਗੱਲ ਆ। ਧੰਨਵਾਦ ਗੱਲਬਾਤ ਕਰ ਲਈ। ਸੋ ਕੱਲ ਕਾਫੀ ਇੱਕ ਵੱਡਾ ਵਿਵਾਦ ਖੜਾ ਹੋ ਚੱਲਿਆ ਸੀ, ਪਰ ਸੰਭਲ ਗਿਆ ਕਿਉਂਕਿ ਬਲਬੀਰ ਸਿੰਘ ਰਾਜੇਵਾਲ ਹੋਣਾ ਨੇ ਜੋ ਬਿਆਨ ਦਿੱਤਾ ਸੀ ਉਸ ਨੂੰ ਲੈ ਕੇ ਕਈ ਜਥੇਬੰਦੀਆਂ ਦੇ ਵੱਲੋਂ ਵਿਰੋਧ ਕੀਤਾ ਗਿਆ ਸੀ। ਪਰ ਅੱਜ ਉਸੇ ਗੱਲ ਦੇ ਉੱਪਰ ਇਸ ਮੀਟਿੰਗ ਦੇ ਵਿੱਚ, ਇਸ ਕਮਰੇ ਦੇ ਅੰਦਰ ਮੀਟਿੰਗ ਹੋ ਰਹੀ ਹੈ। ਤਾਂ ਪਹਿਲਾਂ ਪੰਜਾਬ ਦੀ ਮੀਟਿੰਗ ਹੋਈ ਹੈ, ਪੰਜਾਬ ਦੇ ਕਿਸਾਨ ਆਗੂਆਂ ਦੀ ਮੀਟਿੰਗ ਹੋਈ ਹੈ, ਹੁਣ ਪੂਰੇ ਦੇਸ਼ ਭਰ ਦੇ ਜਿਹੜੇ ਕਿਸਾਨ ਹੈ ਉਹਨਾਂ ਦੀ ਮੀਟਿੰਗ ਅੰਦਰ ਚੱਲ ਰਹੀ ਹੈ। ਤਾਂ ਮੀਟਿੰਗ ਦੇ ਵਿੱਚ ਹੁਣ ਵੱਡੇ ਫੈਸਲੇ ਲਏ ਗਏ ਨੇ ਕਿ ਸਟੇਜ ਦੇ ਉੱਪਰ ਕਿਵੇਂ ਬੋਲਣਾ ਆ, ਕਿੱਦਾਂ ਬੋਲਣਾ ਆ, ਇਹ ਚੀਜ਼ਾਂ ਸਾਰੀਆਂ ਜਿਹੜੀਆਂ ਨੇ ਹੁਣ ਧਿਆਨ ਦੇ ਵਿੱਚ ਰੱਖੀਆਂ ਜਾਣਗੀਆਂ। ਤਾਂ ਅੰਦਰ ਮੀਟਿੰਗ ਚੱਲ ਰਹੀ ਹੈ, ਕੁਝ ਸਮਾਂ ਬਾਅਦ ਪ੍ਰੈਸ ਕਾਨਫਰੰਸ ਵੀ ਹੋਵੇਗੀ, ਵੱਡੇ ਫੈਸਲੇ ਲਏ ਜਾ ਸਕਦੇ ਆ। ਇੱਕ ਗੱਲ ਹੋਰ ਬੜੀ ਜਿਹੜੀ ਇੰਟਰਸਟਿੰਗ ਦੱਸੀ ਆ ਮਨਜੀਤ ਰਾਏ ਨੇ ਕਿ ਜਿਹੜੀ ਪ੍ਰਪੋਜ਼ਲ ਭੇਜੀ ਸੀ, ਜਿਹੜੀ ਪ੍ਰਪੋਜ਼ਲ ਸਰਕਾਰ ਨੇ ਭੇਜੀ ਸੀ, ਉਸ ਪ੍ਰਪੋਜ਼ਲ ਦੇ ਉੱਪਰ ਲਿਖਤੀ ਜਿਹੜਾ ਜਵਾਬ ਅਸੀਂ ਹੁਣ ਭੇਜਾਂਗੇ, ਉਹ ਜਵਾਬ ਹੋਵੇਗਾ ਨਾ ਦੇ ਵਿੱਚ ਜੋ ਗੱਲਾਂ ਕੀਤੀਆਂ ਸੀ, ਜੋ ਗੱਲਾਂ ਵਰਬਲੀ ਕੀਤੀਆਂ ਸੀ ਕਿ ਇਸ ਪ੍ਰਪੋਜ਼ਲ ਨੂੰ ਨਕਾਰਿਆ ਸੀ, ਤਾਂ ਹੁਣ ਉਹ ਲਿਖਤੀ ਰੂਪ ਦੇ ਵਿੱਚ ਇਹ ਜਵਾਬ ਦੇਣਗੇ। ਕਿਉਂਕਿ ਸਰਕਾਰ ਕਹਿੰਦੀ ਹੈ ਕਿ ਪ੍ਰਪੋਜ਼ਲ ਦੇ ਉੱਪਰ ਹੀ ਅਸੀਂ ਗੱਲ ਕਰਾਂਗੇ, ਪਰ ਦੂਜੇ ਪਾਸੇ ਕਿਸਾਨ ਕਹਿੰਦੇ ਸੀ ਕਿ ਅਸੀਂ ਪ੍ਰਪੋਜ਼ਲ ਨੂੰ ਸਿਰੇ ਤੋਂ ਨਕਾਰਦੇ ਹਾਂ। ਹੁਣ ਲਿਖਤੀ ਜਵਾਬ ਪ੍ਰਪੋਜ਼ਲ ਦਾ ਭੇਜਿਆ ਜਾਵੇਗਾ ਅਤੇ ਉਸ ਤੋਂ ਬਾਅਦ ਜੇਕਰ ਕੇਂਦਰ ਦੇ ਨਾਲ ਮੀਟਿੰਗ ਹੁੰਦੀ ਹੈ ਤੇ ਮੀਟਿੰਗ ਦੇ ਵਿੱਚ ਕਹਿੰਦੇ ਕਿ ਨਵੇਂ ਸਿਰੇ ਤੋਂ ਅਸੀਂ ਨਵੇਂ ਮੁੱਦਿਆਂ ਦੇ ਉੱਤੇ ਜਿਹੜੀ ਆ